ਅਕਾਲੀ ਦਲ ਦੇ ਸਖਤ ਇਤਰਾਜ਼ ਤੋਂ ਬਾਅਦ ਵਿਜੇ ਸਿੰਗਲਾ ਨੇ ਐਸਆਈਟੀ ਤੋਂ ਦਿੱਤਾ ਅਸਤੀਫਾ। ਲੀਗਲ ਐਕਸਪਰਟ ਦੇ ਤੌਰ ਤੇ ਜਾਂਚ ਵਿੱਚ ਸੀ ਸ਼ਾਮਿਲ। ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਤੇ ਅਕਾਲੀ ਦਲ ਨੇ ਚੁੱਕੇ ਸੀ ਸਵਾਲ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੋਂ ਅੱਜ ਪੁੱਛਗਿੱਛ ਕਰੇਗੀ ਨਵੀਂ ਐਸਆਈਟੀ। ਸੁਖਬੀਰ ਨੇ ਜਾਂਚ ਤੇ ਚੁੱਕੇ ਸਵਾਲ। ਕਿਹਾ, ਗਾਂਧੀ ਪਰਿਵਾਰ ਦੇ ਇਸ਼ਾਰੇ ਤੇ ਸਾਡੇ ਖਿਲਾਫ ਰਚੀ ਜਾ ਰਹੀ ਹੈ ਸਾਜ਼ਿਸ਼। ਦਿੱਲੀ ਮੋਰਚੇ ਦੇ 7 ਮਹੀਨੇ ਹੋਏ ਪੂਰੇ। ਅੱਜ ਦੇਸ਼ ਭਰ 'ਚ ਰਾਜ ਭਵਨਾਂ ਵੱਲ ਕੂਚ ਕਰਨਗੇ ਕਿਸਾਨ। ਕਾਨੂੰਨ ਰੱਦ ਕਰਨ ਦੇ ਲਈ ਰਾਜਪਾਲ ਨੂੰ ਸੌਂਪਣਗੇ ਮੰਗ ਪੱਤਰ। ਬਟਾਲਾ 'ਚ ਬੀਜੇਪੀ ਆਗੂ ਤੇ ਹਮਲੇ ਦੀ ਕੋਸ਼ਿਸ਼। ਕਿਸਾਨਾਂ ਨੇ ਤੋੜੇ ਗੱਡੀ ਦੇ ਸ਼ੀਸ਼ੇ। ਮੌਕੇ ਤੇ ਮੌਜੂਦ ਭਾਰੀ ਪੁਲਿਸ ਬਲ ਨੇ ਬਚਾ ਕੇ ਕੱਢਿਆ ਬਾਹਰ। ਕਿਸਾਨਾਂ ਨੂੰ 8 ਘੰਟੇ ਮਿਲੇਗੀ ਨਿਰਵਿਘਨ ਬਿਜਲੀ ਸਪਲਾਈ। ਸੀਐਮ ਨੇ ਪਾਵਰਕਾਮ ਲਈ 500 ਕਰੋੜ ਜਾਰੀ ਕਰਨ ਦੇ ਦਿੱਤੇ ਆਦੇਸ਼। ਬਿਜਲੀ ਦੀ ਘਾਟ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੀ ਕਿਸਾਨ। ਭਾਰਤ ਭੂਸ਼ਣ ਆਸ਼ੂ ਨੇ ਲਿਆ ਵੱਡਾ ਐਕਸ਼ਨ। ਸੁਲਤਾਨਪੁਰ ਲੋਧੀ ਦੇ 4 ਫੂਡ ਇੰਸਪੈਕਟਰ ਕੀਤੇ ਮੁਅੱਤਲ। ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਕਣਕ ਦੀ ਵੰਡ ਨਾ ਕਰਨ ਦੇ ਨੇ ਇਲਜ਼ਾਮ। ਪੰਜਾਬ 'ਚ ਕੋਚਿੰਗ ਤੇ ਆਇਲ ਸੈਂਟਰ ਖੋਲ੍ਹਣ ਨੂੰ ਮਿਲੀ ਇਜਾਜ਼ਤ। ਵਿਦਿਆਰਥੀਆਂ ਤੇ ਸਟਾਫ ਲਈ ਵੈਕਸੀਨ ਲਗਵਾਉਣਾ ਲਾਜ਼ਮੀ। ਬਾਕੀ ਕੋਵਿਡ ਪਾਬੰਦੀਆਂ ਪਹਿਲਾਂ ਦੀ ਤਰ੍ਹਾਂ ਹੀ ਰਹਿਣਗੀਆਂ ਜਾਰੀ। ਅਤੇ ਭਵਾਨੀਗੜ੍ਹ ਦੇ ਗੁਰਦੁਆਰਾ ਸਾਹਿਬ 'ਚ ਅੱਗ ਲੱਗਣ ਦੀ ਘਟਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੋਇਆ ਅਗਨ ਭੇਟ। ਮਹਿਲਾ ਤੇ ਲੱਗੇ ਬੇਅਦਬੀ ਦੇ ਇਲਜ਼ਾਮ। ਸਿੱਖ ਜਥੇਬੰਦੀਆਂ ਨੇ ਰੋਸ ਵਜੋਂ ਹਾਈਵੇ ਕੀਤਾ ਜਾਮ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਅਮ੍ਰਿਤ ਵਰਦੀ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੇ ਨਾਲ। ਤਾਂ ਅਕਾਲੀ ਦਲ ਦੇ ਸਖਤ ਐਤਰਾਜ਼ ਤੋਂ ਬਾਅਦ ਵਿਜੇ ਸਿੰਗਲਾ ਨੇ ਐਸਆਈਟੀ ਤੋਂ ਅਸਤੀਫਾ ਦੇ ਦਿੱਤਾ ਹੈ। ਜੀ ਹਾਂ, ਲੀਗਲ ਐਕਸਪਰਟ ਦੇ ਤੌਰ ਤੇ ਜਾਂਚ ਦੇ ਵਿੱਚ ਸ਼ਾਮਿਲ ਹੋਏ ਸੀ ਵਿਜੇ ਸਿੰਗਲਾ। ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਤੇ ਅਕਾਲੀ ਦਲ ਨੇ ਸਵਾਲ ਚੁੱਕੇ ਸੀ ਤੇ ਹੁਣ ਅਕਾਲੀ ਦਲ ਨੇ ਜੋ ਐਤਰਾਜ਼ ਜਤਾਇਆ ਸੀ, ਨਵੀਂ ਸਿੱਟ ਦੇ ਮੈਂਬਰਾਂ ਦੇ ਖਿਲਾਫ ਕੇਸ ਦਰਜ ਕਰਨ ਦੀ ਗੱਲ ਕਹੀ ਤੇ ਸਭ ਦੇ ਵਿਚਾਲੇ ਸਿੱਟ ਜੋ ਨਵੀਂ ਉਸ ਦੇ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਸਿੱਟ ਮੈਂਬਰ ਵਿਜੇ ਸਿੰਗਲਾ ਨੇ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਵਿਜੇ ਸਿੰਗਲਾ ਨੇ ਅਸਤੀਫਾ ਦੇ ਦਿੱਤਾ ਹੈ ਕਿਉਂਕਿ ਅਕਾਲੀ ਦਲ ਨੇ ਇਸ ਤੇ ਨਾ ਸਿਰਫ ਸਖਤ ਐਤਰਾਜ਼ ਜਤਾਇਆ ਬਲਕਿ ਕੇਸ ਦਰਜ ਕਰਵਾਉਣ ਦੀ ਗੱਲ ਵੀ ਆਖੀ। ਸਿੰਗਲਾ ਤੇ ਧੋਖੇ ਨਾਲ ਜਾਂਚ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਗਏ। ਲੀਗਲ ਐਕਸਪਰਟ ਦੇ ਤੌਰ ਤੇ ਜਾਂਚ ਵਿੱਚ ਸ਼ਾਮਿਲ ਹੋਏ ਸੀ ਸਿੰਗਲਾ, ਪਰ ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਖੁਦ ਨੂੰ ਡੀਐਸਪੀ ਦੱਸ ਕੇ ਅੰਦਰ दाखिल हुए ने। झूठ बोल के विजय सिंगला अंदर दाखिल हुए ने। तो दस दईए कि प्रकाश सिंह बादल तो जिस दिन पुछगिछ हुई है उस दिन एलके यादव की अगवाई वाली टीम के नाल विजय सिंगला शामिल सी। हालांकि बाद में एक नोटिफिकेशन की कॉपी जारी करके कह दिता गया कि वो लीगल एक्सपर्ट के तौर पर शामिल हुए, पर अकाली दल इस सवाल खड़े कर रहा है कि झूठ बोल के विजय सिंगला शामिल हुए ने। उधर दूजे पासे अज एसआईटी के वलों सुखबीर बादल तो भी पुछगिछ की जानी है। 11 बजे का समा उन्होंने दिता गया है। रोहित बंसल साडे सहयोगी ज्यादा जानकारी लिए जुड़े ने। रोहित, पहले दिन तो विजय सिंगला दी कारगुजारी उन्हां दी भूमिका सवालों के घेरे दे विच है। अकाली दल केस दर्ज करने की गल कर रहा है तो अस्तीफा दे दिता गया है विजय सिंगला दे वल्लों। की कुछ जानकारी है? जी बिल्कुल अमृत, 22 जून ਨੂੰ ਜਦੋਂ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਸੀ ਤਾਂ ਉਸ ਸਮੇਂ ਵਿਜੇ ਸਿੰਗਲਾ ਚਰਚਾ ਦੇ ਵਿੱਚ ਆਉਂਦੇ ਨੇ ਜਦੋਂ ਅਕਾਲੀ ਦਲ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਵਿਜੇ ਸਿੰਗਲਾ ਜਿਹੜੇ ਕਿ ਐਸਆਈਟੀ ਦੇ ਮੈਂਬਰ ਹੀ ਨਹੀਂ, ਉਹ ਪੁੱਛਗਿੱਛ ਦੇ ਲਈ ਆਏ ਨੇ। ਪਰ ਉਸ ਤੋਂ ਬਾਅਦ ਸੋਰਸ ਦੇ ਹਵਾਲੇ ਤੇ ਇੱਕ ਖਬਰ ਮਿਲਦੀ ਹੈ ਕਿ 19 ਮਈ ਨੂੰ ਵਿਜੇ ਸਿੰਗਲਾ ਦਾ ਜਿਹੜਾ ਨਾਮ ਸੀ ਉਹ ਐਸਆਈਟੀ ਦੇ ਵਿੱਚ ਇੱਕ ਲੀਗਲ ਐਕਸਪਰਟ ਦੇ ਤੌਰ ਤੇ ਜੋੜਿਆ ਗਿਆ ਸੀਗਾ। ਤਾਂ ਇਸ ਤੋਂ ਬਾਅਦ ਵਿਜੇ ਸਿੰਗਲਾ ਦੇ ਉੱਪਰ ਲਗਾਤਾਰ ਸਵਾਲ ਅਕਾਲੀ ਦਲ ਚੁੱਕਦਾ ਨਜ਼ਰ ਆ ਰਿਹਾ ਸੀ ਔਰ ਅਕਾਲੀ ਦਲ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅਸੀਂ ਉਹਨਾਂ ਤੇ ਐਫਆਈਆਰ ਦਰਜ ਕਰਾਵਾਂਗੇ। ਦੂਜੇ ਪਾਸੇ ਅੱਜ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਜਾਣੀ ਹੈ ਤਾਂ ਅਜਿਹੇ ਵਿੱਚ ਬੇहद ਅਹਿਮ ਹੋ ਜਾਂਦਾ ਹੈ ਕਿ ਕੀ ਵਿਜੇ ਸਿੰਗਲਾ ਨੇ ਅੱਜ ਸ਼ਾਮਿਲ ਹੋਣਾ ਸੀ ਜਾਂ ਨਹੀਂ। ਪਰ ਠੀਕ ਪੁੱਛਗਿੱਛ ਤੋਂ ਇੱਕ ਦਿਨ ਪਹਿਲਾਂ ਵਿਜੇ ਸਿੰਗਲਾ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਜਿਹੜੇ ਐਸਆਈਟੀ ਦੇ ਲੀਗਲ ਐਕਸਪਰਟ ਸੀ ਉਹਨਾਂ ਵੱਲੋਂ ਜਿਹੜੀ ਐਸਆਈਟੀ ਕੋਟਕਪੁਰਾ ਗੋਲੀकांड ਦੀ ਜਾਂਚ ਕਰ ਰਹੀ ਹੈ ਔਰ ਐਲਕੇ ਯਾਦਵ ਦੇ ਅਧੀਨ ਹੈ ਤਾਂ ਉਸ ਦੇ ਵਿੱਚ ਵਿਜੇ ਸਿੰਗਲਾ ਲੀਗਲ ਐਕਸਪਰਟ ਦੇ ਤੌਰ ਤੇ ਜੁੜਦੇ ਨੇ ਔਰ ਵਿਜੇ ਸਿੰਗਲਾ ਨੇ ਅਸਤੀਫਾ ਦੇ ਦਿੱਤਾ। ਤਾਂ ਇਹ ਵਿੱਚ ਬੇहद ਅਹਿਮ ਹੋ ਜਾਂਦਾ ਕਿ ਜਦੋਂ ਸੁਖਬੀਰ ਬਾਦਲ ਤੋਂ ਪੁੱਛਗਿੱਛ ਹੋਣੀ ਹੋਵੇ ਔਰ ਉਸ ਤੋਂ ਇੱਕ ਦਿਨ ਪਹਿਲਾਂ ਇੱਕ ਜਿਹੜਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੋਵੇ, ਕੋਈ 1 ਮਹੀਨਾ ਪਹਿਲਾਂ ਤਾਂ ਉਹ ਅਸਤੀਫਾ ਦੇ ਦੇਵੇ। ਪਰ ਹਾਲੇ ਤੱਕ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਇਹ ਅਸਤੀਫਾ ਮੇਰੇ ਨਿੱਜੀ ਕਾਰਨਾਂ ਕਰਕੇ ਜਾਂ ਮੇਰੇ ਪਰਿਵਾਰਕ ਰੁਝੇਵਿਆਂ ਕਰਕੇ ਮੈਂ ਅਸਤੀਫਾ ਦੇਣ ਜਾ ਰਿਹਾ ਹਾਂ ਔਰ ਹਾਲੇ
ਜਿਹੜਾ ਇਹ ਅਸਤੀਫਾ ਹੈਗਾ ਕਿਸੇ ਦੇ ਡਰ ਤੋਂ ਜਾਂ ਉਸ ਤਰ੍ਹਾਂ ਦਾ ਨਹੀਂ। ਸੋ ਦੇਖਣਾ ਬੇहद ਅਹਿਮ ਰਹੇਗਾ ਕਿ ਕੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ SIT ਹੋਰ ਲੀਗਲ ਐਕਸਪਰਟ ਜੋੜਦੀ ਹੈ ਜਾਂ ਹੁਣ 3 ਮੈਂਬਰੀ ਅੱਗੇ ਦੀ ਜਾਂਚ ਕਰਨਗੇ। ਬਿਲਕੁਲ ਰੋਹਿਤ, ਤਾਂ ਅਜਿਹੇ ਦੇ ਵਿੱਚ ਅਸਤੀਫਾ ਦੇਣਾ, ਪਰ ਉਸ ਦੇ ਉੱਪਰ ਕਾਰਨ ਅਚਾਨਕ ਇਸ ਤਰ੍ਹਾਂ ਨਿੱਜੀ ਕਾਰਨ ਉਸਦਾ ਕਾਰਨ ਦੱਸਿਆ ਜਾਣਾ ਆਪਣੇ ਆਪ ਦੇ ਵਿੱਚ ਥੋੜਾ ਅਟਪਟਾ ਤਾਂ ਜ਼ਰੂਰ ਲੱਗਦਾ ਹੈ, ਕਿਉਂਕਿ ਇੱਕ ਪਾਸੇ ਅਕਾਲੀ ਦਲ ਦਾ ਲਗਾਤਾਰ ਪ੍ਰੈਸ਼ਰ ਦੇਖਣ ਨੂੰ ਮਿਲ ਰਿਹਾ ਹੈ। ਅਕਾਲੀ ਦਲ ਬਾਰ-ਬਾਰ ਪ੍ਰੈਸ ਕਾਨਫਰੰਸ ਕਰਕੇ ਕੇਸ ਦਰਜ ਕਰਨ ਦੀ ਗੱਲ ਕਹਿ ਰਿਹਾ ਹੈ, ਤਾਂ ਲੱਗ ਰਿਹਾ ਹੈ ਕਿ ਅਕਾਲੀ ਦਲ ਦੇ ਵੱਲੋਂ ਜਿਸ ਤਰ੍ਹਾਂ ਮੋਰਚਾ ਖੋਲ੍ਹਿਆ ਗਿਆ ਸੀ ਉਸ ਨੂੰ ਦੇਖਦਿਆਂ ਵੀ SIT ਦੇ ਵੱਲੋਂ ਕਦਮ ਚੁੱਕਿਆ ਜਾ ਸਕਦਾ ਹੈ। ਖੈਰ ਫਿਲਹਾਲ ਕੀ ਕੁਝ ਅਸਲ ਕਾਰਨ ਦੱਸੇ ਜਾਂਦੇ ਨੇ ਵਿਜੇ ਸਿੰਗਲਾ ਦੇ ਵੱਲੋਂ, ਇਹ ਵੀ ਇੰਤਜ਼ਾਰ ਰਹੇਗਾ। ਸ਼ੁਕਰੀਆ ਇਸ तमाम ਜਾਣਕਾਰੀ ਦੇ ਲਈ। ਤਾਂ ਅੱਜ SIT ਦੇ ਵੱਲੋਂ ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੀ ਜਾਣੀ ਹੈ। 11 ਵਜੇ ਸੁਖਬੀਰ ਬਾਦਲ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਹੈ, ਪਰ ਇਸ ਸਭ ਦੇ ਵਿਚਾਲੇ ਜੋ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਮਿਲ ਰਹੀ ਹੈ ਕਿ ਵਿਜੇ ਸਿੰਗਲਾ ਜੋ ਲੀਗਲ ਐਕਸਪਰਟ ਦੇ ਤੌਰ ਤੇ SIT ਦੇ ਨਾਲ ਸ਼ਾਮਿਲ ਹੋਏ ਸੀ, ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਉਧਰ ਹੁਣ ਗੱਲ ਕਰਦੇ ਹਾਂ ਦਿੱਲੀ ਮੋਰਚੇ ਦੀ। ਕਿਸਾਨਾਂ ਨੂੰ ਦਿੱਲੀ ਮੋਰਚਾ ਲਗਾਏ 7 ਮਹੀਨੇ ਪੂਰੇ ਹੋ ਗਏ ਨੇ ਤੇ ਅੱਜ ਦੇਸ਼ ਭਰ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰਨਗੇ ਤੇ ਰਾਜ ਭਵਨਾਂ ਵੱਲ ਕੂਚ ਕਰਨਗੇ। ਰਾਸ਼ਟਰਪਤੀ ਦੇ ਨਾਮ ਰਾਜਪਾਲਾਂ ਨੂੰ ਕਿਸਾਨ ਮੰਗ ਪੱਤਰ ਸੌਂਪਣਗੇ ਤੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਨਗੇ। ਤਾਂ ਦਿੱਲੀ ਮੋਰਚੇ ਦੇ 7 ਮਹੀਨੇ ਪੂਰੇ ਹੋ ਗਏ ਨੇ ਤੇ ਅੱਜ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾਣਗੇ। ਕਿਸਾਨ ਰਾਜ ਭਵਨ ਦੇ ਵੱਲ ਕੂਚ ਕਰਨਗੇ। ਤਾਂ 7 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਡਟੇ ਹੋਏ ਨੇ। ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ। ਇਸ ਸਭ ਦੇ ਵਿਚਾਲੇ 11 ਦੌਰ ਦੀ ਗੱਲਬਾਤ ਵੀ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਹੋਈ ਹੈ, ਪਰ ਕੋਈ ਸਿੱਟਾ ਇਸ ਗੱਲਬਾਤ ਦਾ ਨਹੀਂ ਨਿਕਲਿਆ ਹੈ। ਤਾਂ ਅੱਜ 7 ਮਹੀਨੇ ਪੂਰੇ ਹੋਣ ਤੇ ਕਿਸਾਨ ਕਹਿ ਰਹੇ ਨੇ ਕਿ ਜੋਰ ਸ਼ੋਰ ਦੇ ਨਾਲ 8ਵੇਂ ਮਹੀਨੇ ਦੇ ਵਿੱਚ ਅਸੀਂ ਪ੍ਰਵੇਸ਼ ਕਰਾਂਗੇ। ਤੇ ਉਧਰ ਕਿਸਾਨ ਅੰਦੋਲਨ ਜਾਰੀ ਹੈ। 7 ਮਹੀਨੇ ਪੂਰੇ ਹੋ ਗਏ ਨੇ ਤਾਂ ਇਸ ਸਭ ਦੇ ਵਿਚਾਲੇ ਕਿਸਾਨ ਅੰਦੋਲਨ ਤੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਮੁੜ ਦੁਹਰਾਇਆ ਹੈ ਕਿ ਕਿਸਾਨ ਜਥੇਬੰਦੀਆਂ ਗੱਲਬਾਤ ਦੇ ਲਈ ਪ੍ਰਸਤਾਵ ਦੇਣ, ਅਸੀਂ ਗੱਲਬਾਤ ਦੇ ਲਈ ਤਿਆਰ ਹਾਂ। ਨਰਿੰਦਰ ਤੋਮਰ ਨੇ ਕਿਹਾ ਕਿ ਐਤਰਾਜ਼ਾਂ ਤੇ ਖੁੱਲੇ ਮਨ ਦੇ ਨਾਲ ਵਿਚਾਰ ਕਰਾਂਗੇ। ਉਹਨਾਂ ਨੇ ਕਿਹਾ ਕਿ ਅਸੀਂ 50 ਘੰਟਿਆਂ ਤੋਂ ਜ਼ਿਆਦਾ ਚਰਚਾ ਕੀਤੀ ਹੈ, ਪਰ ਚਰਚਾ ਦੇ ਵਿੱਚ ਕੋਈ ਗੱਲ ਸਿਰੇ ਨਹੀਂ ਲੱਗੀ ਹੈ, ਪਰ ਅਜੇ ਵੀ ਅਸੀਂ ਗੱਲਬਾਤ ਦੇ ਲਈ ਤਿਆਰ ਹਾਂ। ਕਿਸਾਨ ਨਵਾਂ ਪ੍ਰਸਤਾਵ ਭੇਜਣ, ਖੁੱਲੇ ਮਨ ਦੇ ਨਾਲ ਅਸੀਂ ਉਸ ਤੇ ਚਰਚਾ ਕਰਾਂਗੇ। ਤਾਂ ਫਿਲਹਾਲ ਸਵਾਲ ਵੱਡਾ ਹੀ ਹੈ ਕਿ ਡੈਡਲੌਕ ਜੋ ਹੈ ਉਹ ਖਤਮ ਹੋਵੇਗਾ, ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਵੇਗਾ, ਕਿਉਂਕਿ ਫਿਲਹਾਲ ਲੰਬੇ ਸਮੇਂ ਤੋਂ ਗੱਲਬਾਤ ਦੇ ਬ੍ਰੇਕ ਲੱਗੀ ਹੋਈ ਹੈ। ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਦੂਜੇ ਪਾਸੇ ਸਰਕਾਰ ਵੀ ਕਹਿ ਰਹੀ ਹੈ ਕਿ ਕਾਨੂੰਨ ਵਾਪਸ ਨਹੀਂ ਹੋਣਗੇ। ਤਾਂ ਇਸ ਸਭ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਖੇਤੀਬਾੜੀ ਮੰਤਰੀ ਨੇ ਕਿਹਾ ਹੈ ਕਿ ਕਿਸਾਨ ਖੁੱਲੇ ਮਨ ਦੇ ਨਾਲ ਪ੍ਰਸਤਾਵ ਤਿਆਰ ਕਰਨ, ਅਸੀਂ ਗੱਲਬਾਤ ਦੇ ਲਈ ਤਿਆਰ ਹਾਂ। किसानों से जो यूनियन के नेता हैं उनसे 10-11 बार भारत सरकार बात कर चुकी है। 50 घंटे से अधिक चर्चा चली है। उनकी जो परेशानियां हैं हमने समझने का प्रयत्न किया है और आज भी भारत सरकार पूरा मन रखती है कि किसान जिस प्रावधान पर उन्हें आपत्ति है वो खुले मन से बताएं। हम विचार करने के लिए, निराकरण करने के लिए भी तैयार हैं और जब भी किसानों की ओर से प्रस्ताव आएगा तो निश्चित रूप से हम बातचीत के लिए स्वागत। कृषि मंत्री तो कह रहे थे केंद्रीय कृषि मंत्री कि अगर किसानों को बातचीत करना है तो आप आइए, फिर बैठ के बात करते हैं। उनके 24 घंटा रास्ता खुला हुआ है। उन्होंने क्वेश्चन लगा दिया कि कानून वापसी नहीं होंगे, बात कर लें। ऐसे कैसे हो जाएगा? भेड़ की ऊन उतारो ना, वो कंबल बन जाएगा। कैसे हो जाएगा? भेड़ की बगैर ऊन उतारे कंबल बन जाएगा। ਤਾਂ ਕਿਸਾਨ ਅੰਦੋਲਨ ਵੀ ਜਾਰੀ ਹੈ ਤੇ ਦੂਜੇ ਪਾਸੇ ਜਾਰੀ ਹੈ ਬੀਜੇਪੀ ਆਗੂਆਂ ਦਾ ਵਿਰੋਧ। ਬਟਾਲਾ ਦੇ ਵਿੱਚ ਬੀਜੇਪੀ ਦਾ ਸਮਾਗਮ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਬੀਜੇਪੀ ਆਗੂ ਦੀ ਗੱਡੀ ਤੇ ਹਮਲਾ ਕੀਤਾ ਗਿਆ। ਬੀਜੇਪੀ ਆਗੂ ਦੀ ਗੱਡੀ ਦੇ ਸ਼ੀਸ਼ੇ ਕਿਸਾਨਾਂ ਵੱਲੋਂ ਤੋੜ ਦਿੱਤੇ ਗਏ। ਹਾਲਾਂਕਿ ਪੁਲਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬੀਜੇਪੀ ਆਗੂ ਨੂੰ ਬਾਹਰ ਕੱਢਿਆ। ਭਾਜਪਾ ਦਫ਼ਤਰ ਦੇ ਬਾਹਰ ਇਕੱਠੇ ਹੋਏ ਸੀ ਕਿਸਾਨ। ਤਾਂ ਦੱਸ ਦਈਏ ਕਿ 25 ਜੂਨ 1975 ਨੂੰ ਦੇਸ਼ ਦੇ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਭਾਜਪਾ ਦੇ ਵੱਲੋਂ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਤੇ ਇਸੇ ਦੇ ਮੱਦੇਨਜ਼ਰ ਬਟਾਲਾ 'ਚ ਭਾਜਪਾ ਦੇ ਦਫ਼ਤਰ 'ਚ ਸਮਾਗਮ ਰੱਖਿਆ ਗਿਆ ਸੀ। ਪਰ ਕਾਂਗਰਸ ਨੂੰ ਘੇਰਨ ਜਾ ਰਹੀ ਬੀਜੇਪੀ ਨੂੰ ਰਸਤੇ ਦੇ ਵਿੱਚ ਕਿਸਾਨਾਂ ਨੇ ਹੀ ਘੇਰ ਲਿਆ ਤੇ ਉਸ ਤੋਂ ਬਾਅਦ ਬੀਜੇਪੀ ਆਗੂ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ, ਉਹਨਾਂ ਤੇ ਹਮਲਾ ਕੀਤਾ ਗਿਆ। ਪੁਲਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬੀਜੇਪੀ ਆਗੂ ਦੀ ਗੱਡੀ ਨੂੰ ਬਾਹਰ ਕਢਾਇਆ।
ਕਿਸਾਨ ਮੋਰਚੇ ਨੇ ਬੀਜੇਪੀ ਮੁਕਤ ਭਾਰਤ ਦਾ ਨਾਅਰਾ ਦਿੱਤਾ ਆ। ਬੀਜੇਪੀ ਦਾ ਹਰ ਥਾਂ ਤੇ ਵਿਰੋਧਤਾ ਕਰ ਰਹੇ ਆ। ਅੱਜ ਅਸੀਂ ਬਟਾਲਾ ਵਿੱਚ ਖੜੇ ਆ ਬੀਜੇਪੀ ਦਫ਼ਤਰ ਸਾਹਮਣੇ, ਜਿੱਥੇ ਇਹਨਾਂ ਦੇ ਕੋਈ ਬਾਹਰਲੇ ਜ਼ਿਲ੍ਹਿਆਂ ਤੋਂ ਨੇਤਾ ਜਿਹੜੇ ਨੇ ਇੱਥੇ ਆਏ ਨੇ, ਜਿਹੜੇ ਸਾਡੇ ਦੁੱਖ ਦੀ ਰਾਗ ਤੇ ਹੱਥ ਰੱਖ ਰਹੇ ਨੇ, ਸਾਡੇ ਅੱਲੇ ਜ਼ਖਮਾਂ ਤੇ ਜਿਹੜਾ ਲੂਣ ਛਿੜਕ ਰਹੇ ਨੇ। ਅਸੀਂ ਉਹਨਾਂ ਚਿਰ ਤੱਕ ਇਹਨਾਂ ਦੀ ਵਿਰੋਧਤਾ ਕਰਨੀ ਹੈ ਜਿੰਨਾ ਚਿਰ ਤੱਕ ਬੀਜੇਪੀ ਸਾਡੇ ਜਿਹੜੇ ਆ ਦਿੱਲੀ ਦੇ ਕਾਲੇ ਕਾਨੂੰਨ ਜਿਹੜੇ ਨੇ ਉਹ ਰੱਦ ਨਹੀਂ ਕਰਦੇ ਕਿਸਾਨਾਂ ਵਿਰੋਧੀ, ਉਹਨਾਂ ਚਿਰ ਤੱਕ ਅਸੀਂ ਇਹਨਾਂ ਦੀ ਵਿਰੋਧਤਾ ਕਰਨੀ ਆ ਤੇ ਲਗਾਤਾਰ ਕਰਦੇ ਰਹਿਣਾ ਹੈ। ਕਿਸਾਨਾਂ ਨੇ ਨਹੀਂ ਇੱਥੋਂ ਕਿਸਾਨ ਤਾਂ ਇੱਕ ਤਾਂ ਸਾਈਡ ਤੇ ਹੋ ਗਏ ਸੀਗੇ, ਸਗੋਂ ਉਹਨਾਂ ਨੇ ਜਗ੍ਹਾ ਦਿੱਤੀ ਸੀਗੀ ਸਾਰਿਆਂ ਨੂੰ ਨਿਕਲਣ ਵਾਸਤੇ। ਅਸੀਂ ਸੇਫਲੀ ਸਾਰਿਆਂ ਨੂੰ ਕੱਢ ਵੀ ਦਿੱਤਾ ਸੀਗਾ, ਪਰ ਰਸਤੇ ਦੇ ਵਿੱਚ ਕਿਤੇ ਅੱਗੇ ਜਾ ਕੇ ਕਿਸੇ ਸ਼ਰਾਰਤੀ ਅਨਸਰ ਨੇ ਕੋਈ ਗੱਡੀ ਦੇ ਉੱਤੇ ਡੰਡਾ ਮਾਰਿਆ ਹੈਗਾ। ਕੋਈ ਕਾਰਵਾਈ ਕਰ ਰਹੇ ਹੋ? ਜੋ ਵੀ ਤੱਥ ਅੱਗੇ ਸਾਹਮਣੇ ਆਣਗੇ ਉਸ ਹਿਸਾਬ ਨਾਲ ਅਸੀਂ ਕਰਾਂਗੇ। ਤਾਂ ਹਾਲਾਂਕਿ ਪੁਲਿਸ ਕਹਿ ਰਹੀ ਹੈ ਕਿ ਕਿਸਾਨਾਂ ਦੇ ਵੱਲੋਂ ਨਹੀਂ ਬਲਕਿ ਕਿਸੇ ਸ਼ਰਾਰਤੀ ਅਨਸਰਾਂ ਦੇ ਵੱਲੋਂ ਗੱਡੀ ਦੇ ਉੱਪਰ ਡੰਡਾ ਮਾਰ ਕੇ ਸ਼ੀਸ਼ੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਦੂਜੇ ਪਾਸੇ ਬੀਜੇਪੀ ਕਿਸਾਨਾਂ ਦੇ ਉੱਪਰ ਸਵਾਲ ਖੜੇ ਕਰ ਰਹੀ ਹੈ। ਉਧਰ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੇਣ ਦਾ ਐਲਾਨ ਸਰਕਾਰ ਨੇ ਕੀਤਾ ਹੈ। ਹਾਲਾਂਕਿ ਦਾਅਵਾ ਪਹਿਲਾਂ ਵੀ ਕੀਤਾ ਗਿਆ ਸੀ ਪਰ ਬਿਜਲੀ ਪੂਰੀ ਨਹੀਂ ਮਿਲ ਰਹੀ ਸੀ, ਪਰ ਹੁਣ ਮੁੱਖ ਮੰਤਰੀ ਨੇ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੇਣ ਦਾ ਮੁੜ ਤੋਂ ਭਰੋਸਾ ਦਿਵਾਇਆ ਹੈ ਤੇ ਪੀਐਸਪੀਸੀਐਲ ਲਈ 500 ਕਰੋੜ ਜਾਰੀ ਕਰਨ ਦੇ ਹੁਕਮ ਦਿੱਤੇ ਨੇ। ਹਾਈ ਲੈਵਲ ਦੀ ਮੀਟਿੰਗ ਤੋਂ ਬਾਅਦ ਇਹ ਹੁਕਮ ਜਾਰੀ ਕੀਤੇ ਗਏ ਨੇ। ਕਿਸਾਨ ਸੂਬੇ ਭਰ ਦੇ ਵਿੱਚ ਪ੍ਰਦਰਸ਼ਨ ਕਰਕੇ 8 ਘੰਟੇ ਬਿਨਾਂ ਰੁਕਾਵਟ ਬਿਜਲੀ ਦੀ ਮੰਗ ਕਰ ਰਹੇ ਨੇ। ਇਸੇ ਮੁਤਲਕ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਪਾਵਰਕਾਮ ਦੇ ਅਧਿਕਾਰੀਆਂ ਦੇ ਨਾਲ ਬੈਠਕ ਸੱਦੀ ਸੀ। ਇਸ ਬੈਠਕ ਦੇ ਵਿੱਚ ਪੀਐਸਪੀਸੀਐਲ ਦੇ ਲਈ 500 ਕਰੋੜ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਨੇ। ਹਾਈ ਲੈਵਲ ਮੀਟਿੰਗ ਤੋਂ ਬਾਅਦ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਾ ਭਰੋਸਾ ਮੁੱਖ ਮੰਤਰੀ ਦੇ ਵੱਲੋਂ ਦਿਵਾਇਆ ਗਿਆ ਹੈ। ਤੇ ਉਧਰ ਪੰਜਾਬ ਦੇ ਵਿੱਚ ਕੋਚਿੰਗ ਸੈਂਟਰਾਂ ਨੂੰ ਵੱਡੀ ਰਾਹਤ ਮਿਲੀ ਹੈ। ਕੋਚਿੰਗ ਤੇ ਆਇਲ ਸੈਂਟਰ ਖੋਲਣ ਦੀ ਇਜਾਜ਼ਤ ਸਰਕਾਰ ਨੇ ਦੇ ਦਿੱਤੀ ਹੈ, ਬਸ਼ਰਤੇ ਵਿਦਿਆਰਥੀਆਂ ਤੇ ਸਟਾਫ ਨੂੰ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ। ਸਾਰਿਆਂ ਦੇ ਲਈ ਵੈਕਸੀਨ ਲਗਾਉਣਾ ਲਾਜ਼ਮੀ ਹੈ। ਬਿਨਾਂ ਵੈਕਸੀਨ ਦੇ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬਾਕੀ ਪਾਬੰਦੀਆਂ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਵਿਆਹ ਸਮਾਗਮ ਦੇ ਵਿੱਚ 500 ਲੋਕ ਹੀ ਸ਼ਾਮਿਲ ਹੋ ਸਕਣਗੇ। ਐਤਵਾਰ ਨੂੰ ਪੰਜਾਬ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਲਾਕਡਾਊਨ ਜਾਰੀ ਰਹੇਗਾ। ਤਾਂ ਪੰਜਾਬ ਦੇ ਵਿੱਚ ਕੋਚਿੰਗ ਸੈਂਟਰ ਜੋ ਲੰਬੇ ਸਮੇਂ ਤੋਂ ਬੰਦ ਸੀ ਉਹਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਸਰਕਾਰ ਨੇ ਦੇ ਦਿੱਤੀ ਹੈ। ਤੇ ਗੱਲ ਕਰਦੇ ਹਾਂ ਹੁਣ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ, ਜਿਨ੍ਹਾਂ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਸੁਲਤਾਨਪੁਰ ਲੋਧੀ ਦੇ 4 ਫੂਡ ਇੰਸਪੈਕਟਰ ਮੁਅੱਤਲ ਕਰ ਦਿੱਤੇ ਗਏ ਨੇ। ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਕਣਕ ਦੀ ਵੰਡ ਨਾ ਕਰਨ ਦੇ ਦੋਸ਼ ਇਹਨਾਂ ਤੇ ਲੱਗੇ ਨੇ। ਫੂਡ ਇੰਸਪੈਕਟਰਾਂ ਦੇ ਖਿਲਾਫ ਵਿਭਾਗ ਨੂੰ ਸ਼ਿਕਾਇਤਾਂ ਮਿਲੀਆਂ ਸੀ ਤੇ ਵਿਭਾਗ ਵੱਲੋਂ ਪੂਰੇ ਮਾਮਲੇ ਦੀ ਕਰਵਾਈ ਗਈ ਹੈ ਜਾਂਚ ਵਿੱਚ 4 ਫੂਡ ਇੰਸਪੈਕਟਰ ਦੋਸ਼ੀ ਪਾਏ ਗਏ ਨੇ। ਫੂਡ ਇੰਸਪੈਕਟਰ ਵਿਵੇਕ ਸ਼ਰਮਾ, ਭੁਪਿੰਦਰ ਸਿੰਘ, ਵਿਕਾਸ ਸੇਠੀ ਤੇ ਰਾਜੇਸ਼ਵਰ ਸਿੰਘ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ। ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ ਵੱਡਾ ਐਕਸ਼ਨ ਲੈਂਦਿਆਂ ਗੱਲ ਕਰਦੇ ਹਾਂ ਭਵਾਨੀਗੜ੍ਹ ਦੀ, ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਟ ਹੋ ਗਿਆ ਹੈ। ਗੁਰੂ ਘਰ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਇੱਕ ਮਹਿਲਾ ਵੀ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤੇ ਮਹਿਲਾ ਤੇ ਹੀ ਬੇਅਦਬੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ। ਭਵਾਨੀਗੜ੍ਹ ਦੇ ਗੁਰੂ ਘਰ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਰੋਸ ਵਜੋਂ ਹਾਈਵੇ ਜਾਮ ਕਰ ਦਿੱਤਾ ਤੇ ਮੁਲਜ਼ਮ ਮਹਿਲਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਅੱਜ ਸਾਡੇ ਪਿੰਡ ਬਹੁਤ ਮੰਦਭਾਗੀ ਘਟਨਾ ਹੋਈ ਆ, ਜਿਹਨੂੰ ਇੱਕ ਲੇਡੀ ਜੀ ਨੇ ਇੱਥੇ ਅੰਜਾਮ ਦਿੱਤਾ। ਉਹਦੇ ਅਸੀਂ ਵੀਡੀਓ 'ਚ ਦੇਖਿਆ, ਤੇਲ ਦੀ ਬੋਤਲ ਲੈ ਕੇ ਆਉਂਦੀ, ਉਹ ਅੰਦਰ ਅੱਗ ਲੱਗ ਗਈ। ਫੋਨ ਆਇਆ ਕਿ ਗੁਰੂ ਘਰ ਜੌਲੀਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਉਹ ਅਗਨੀ ਭੇਟ ਹੋ ਗਿਆ, ਜਿਸ ਸੰਬੰਧੀ ਬੜੇ ਦੁੱਖ ਦੀ ਗੱਲ ਹੈ। ਮੈਂ ਮੌਕੇ 'ਤੇ ਪਹੁੰਚਿਆ, ਪ੍ਰਧਾਨ ਜੀ ਲਿਆ, ਅਸੀਂ ਉਹ ਕੈਮਰੇ ਚੈੱਕ ਕੀਤੇ। ਕੈਮਰੇ ਚੈੱਕ ਕਰਨ ਤੋਂ ਬਾਅਦ ਸਾਡੇ ਕੋਲ ਜਿਵੇਂ ਆ ਰਿਹਾ ਹੈ, ਅਸੀਂ ਲੇਡੀ ਸਾਡੇ ਕੋਲ ਆਈ ਆ, ਅਸੀਂ ਉਹ ਅਰੈਸਟ ਕਰਕੇ ਇਨਵੈਸਟੀਗੇਟ ਕਰ ਰਹੇ ਹਾਂ, ਪਰਚਾ ਦੇ ਰਹੇ ਹਾਂ। ਅਸੀਂ ਇਹੀ ਮੰਗ ਸਰਕਾਰ ਤੋਂ ਕਰਦੇ ਹਾਂ ਵੀ ਉਹਦੀ ਤਹਿ ਤੱਕ ਜਾਣਾ ਚਾਹੀਦਾ ਵੀ ਉਹਦੇ ਪਿੱਛੇ ਕੌਣ ਲੋਕ ਨੇ ਜਿਹੜੇ ਇਦਾਂ ਦੀਆਂ ਮੰਦਭਾਗੀਆਂ ਘਟਨਾਵਾਂ ਕਰਵਾ ਕੇ ਸਿੱਖਾਂ ਦੇ ਜਿਹੜੇ ਹਿਰਦੇ ਨੇ ਬਲੂੰਦਰੇ ਤੇ ਇਹਦੇ ਸਿੱਟੇ ਬਹੁਤ ਖਤਰਨਾਕ ਨਿਕਲ ਰਹੇ ਨੇ। ਸੋ ਸਾਡੀ ਸਰਕਾਰ ਨੂੰ ਇਹੀ ਬੇਨਤੀ ਹੈ, ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਹੈ ਕਿ ਉਹ ਆਪਣੀ ਜਿਹੜੀ ਹੈ ਡਿਊਟੀ ਨੂੰ ਨਿਭਾਉਂਦਿਆਂ ਹੋਇਆਂ ਇਹਦੀ ਤਹਿ ਤੱਕ ਜਾਵੇ ਤੇ ਪਤਾ ਕਰੇ ਵੀ ਇਹ ਉਹ ਜਿਹੜੀ ਗੁਰਮੇਲੋ ਹੈ ਜਾਂ ਹੋਰ ਲੋਕ ਨੇ ਉਹਨਾਂ ਦੇ ਪਿੱਛੇ ਕੌਣ।
ਕੋਵਿਡ-19 ਮਹਾਮਾਰੀ ਦੀ ਗੱਲ ਕਰਦੇ ਹਾਂ, ਜਿਸ ਨੇ ਆਪਸੀ ਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ ਤਾਂ ਜੋ ਪੂਰਾ ਦੇਸ਼ ਇਸ ਮੁਸੀਬਤ ਦਾ ਇਕਜੁੱਟ ਹੋ ਕੇ ਮੁਕਾਬਲਾ ਕਰ ਸਕੇ। ਨੈਟਵਰਕ 18 ਇਸ ਮੁਹਿੰਮ 'ਚ ਹਰ ਕਦਮ ਤੇ ਤੁਹਾਡੇ ਨਾਲ ਹੈ, ਕਿਉਂਕਿ ਜਦੋਂ ਤੱਕ ਸਾਰੇ ਸੁਰੱਖਿਅਤ ਨਹੀਂ ਹੋਣਗੇ ਉਦੋਂ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੋਵੇਗਾ। ਇਸੇ ਸੋਚ ਦੇ ਆਧਾਰ ਤੇ ਕੈਂਪੇਨ ਸੰਜੀਵਨੀ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵੈਕਸੀਨ ਪਾਉਣਾ ਸਾਰੇ ਭਾਰਤੀਆਂ ਦਾ ਅਧਿਕਾਰ ਹੈ।